ਇਹ ਸੰਦੇਸ਼ ਪਰਮੇਸ਼ਰ ਦੇ ਬੰਦੇ ਭਾਈ ਡਾਲਟਨ ਬਰੂਸ ਦੇ ਵੱਲੋਂ 2 ਮਈ 2020 ਨੂੰ ਬੈਥਲ ਦਾ ਹਾਊਸ ਆਫ ਗॉड ਟ੍ਰਿਨਿਡਾਡ ਵੈਸਟ ਇੰਡੀਜ਼ ਦੇ ਵਿੱਚ ਪ੍ਰਚਾਰ ਕੀਤਾ ਗਿਆ। ਇਸ ਸੰਦੇਸ਼ ਦਾ ਟਾਈਟਲ ਹੈ ਪਰਮੇਸ਼ਰ ਦੇ ਬੱਚਿਓ, ਕੀ ਅਸੀਂ ਉਸ ਦੀ ਬਵਾ ਅਤੇ ਨਿਆਂ ਦੇ ਵਿਰੁੱਧ ਸੁਰੱਖਿਅਤ ਹਾਂ? ਬੈਥਲ ਦਾ ਹਾਊਸ ਆਫ ਗॉड ਅਸੀਂ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਪਵਿੱਤਰ ਸ਼ਾਸਤਰ ਦੀਆਂ ਨੀਤੀਆਂ ਦੀ ਘੋਸ਼ਣਾ ਕਰਨ ਜਾ ਰਹੇ ਹਾਂ। ਜਿਵੇਂ ਇਸ ਸਦੋਮ ਤੇ ਅਮਰਾ ਦੀ ਸਥਿਤੀ ਜਿਸ ਦਾ ਕਿ ਪਰਮੇਸ਼ਰ ਦੇ ਲੋਕ ਸਾਹਮਣਾ ਕਰ ਰਹੇ ਹਨ, ਇਸ ਵਿੱਚ ਪਰਮੇਸ਼ਰ ਨੇ ਆਪਣੇ ਬੱਚਿਆਂ, ਵਿਸ਼ਵਾਸੀਆਂ ਅਤੇ ਪਰਮੇਸ਼ਰ ਦੇ ਦਾਸਾਂ ਅਤੇ ਪੰਜ ਪੱਖੀ ਸੇਵਕਾਂ ਨੂੰ ਪਰਮੇਸ਼ਰ ਨੇ ਕੰਮ ਵਿੱਚ ਲੈ ਕੇ ਆਉਣਾ ਹੈ। ਜਿਵੇਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਨੇ ਇਸ ਦੇ ਬਾਰੇ ਭਵਿੱਖਬਾਣੀ ਕੀਤੀ ਹੈ। ਇਹ ਵਿਸ਼ਾ, ਇਹ ਦਸਤਾਵੇਜ਼ ਆਈ ਹੈ ਅਤੇ ਸਾਨੂੰ ਪਰਮੇਸ਼ਰ ਦੇ ਸੇਵਾਦਾਰਾਂ, ਪਰਮੇਸ਼ਰ ਦੇ ਬੱਚਿਆਂ ਦੇ ਲਈ ਇਹ ਹੌਸਲਾ ਅਫਜ਼ਾਈ ਕਰਨੀ ਜ਼ਰੂਰੀ ਹੈ। ਜਿੱਥੇ ਇਹ ਅਫਸੀਆਂ ਦਾ ਖਤ ਉਹਦਾ 4 ਅਧਿਆਇ ਉਹਦੀ 11ਵੀਂ ਆਇਤ ਦੇ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਕਿ ਪਰਮੇਸ਼ਰ ਨੇ ਸੇਵਕਾਈ ਦੇ ਕੰਮ ਦੇ ਲਈ, ਸੰਤਾਂ ਦੇ ਸਿੱਧ ਹੋਣ ਦੇ ਲਈ ਅਫਸੀਆਂ ਦੀ ਕਲੀਸਿਆ ਵਿੱਚ ਰਸੂਲਾਂ, ਨਬੀਆਂ, ਪ੍ਰਚਾਰਕਾਂ, ਪਾਸਬਾਨਾਂ ਤੇ ਉਸਤਾਦਾਂ ਦੀ ਪੰਜ ਪੱਖੀ ਸੇਵਕਾਈ ਨੂੰ ਰੱਖਿਆ। ਅਸੀਂ ਪਰਮੇਸ਼ਰ ਦੇ ਮਸਾ ਕੀਤੇ ਹੋਏ ਸੇਵਾਦਾਰਾਂ ਦੁਆਰਾ ਸਿਖਾਏ ਗਏ ਲਿਖਤ ਦੇ ਉਸ ਹਿੱਸੇ ਨਾਲ ਚੰਗੀ ਤਰ੍ਹਾਂ ਵਾਕਫ ਹਾਂ ਤੇ ਹੋਰ ਵੀ ਕਈ ਲਿਖਤਾਂ ਦੇ ਨਾਲ। ਅਫਸੀਆਂ ਦਾ ਖਤ ਉਹਦਾ 4 ਅਧਿਆਇ ਉਸ ਦੀ 11ਵੀਂ ਔਰ 12ਵੀਂ ਆਇਤ ਦੇ ਵਿੱਚ ਪੰਜ ਪੱਖੀ ਸੇਵਕਾਈ ਦੇ ਬਾਰੇ ਦੱਸਿਆ ਗਿਆ ਹੈ। ਉਹਦੀ 11ਵੀਂ ਆਇਤ ਵਿੱਚ ਲਿਖਿਆ ਹੈ, ਉਹਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪ੍ਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ। 12ਵੀਂ ਆਇਤ, ਤਾਂ ਜੋ ਸੇਵਕਾਈ ਦੇ ਕੰਮ ਦੇ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹ ਉਸਰਦੀ ਜਾਵੇ। ਜਿਵੇਂ ਕਿ ਅਸੀਂ ਉਸ ਮਹਾਨ ਵਾਅਦੇ 'ਤੇ ਸੋਚਦੇ ਹਾਂ, ਸਾਡੇ ਦਿਲ ਖੁਸ਼ ਹਨ ਅਤੇ ਸਾਡੇ ਬੁੱਲ੍ਹ ਪਰਮੇਸ਼ਰ ਦੀ ਮਹਾਨ ਕਿਰਪਾ ਬਾਰੇ ਬੋਲਣਗੇ ਅਤੇ ਇੱਥੋਂ ਤੱਕ ਪਰਮੇਸ਼ਰ ਦੇ ਸੇਵਾਦਾਰਾਂ ਬਾਰੇ ਵੀ ਜੋ ਮਸੀਹੀ ਵਿਸ਼ਵਾਸ ਵਿੱਚ ਹਨ ਅਤੇ ਸੇਵਾਦਾਰ ਜਿਹੜੇ ਉਹਨਾਂ ਚੀਜ਼ਾਂ ਵਿੱਚ ਲਿਪਟੇ ਹੋਏ ਹਨ ਜਿਨ੍ਹਾਂ ਬਾਰੇ ਅਸੀਂ ਬਿਨਾਂ ਝਿੜਕਾਂ, ਬਿਨਾਂ ਚੁਣੌਤੀਆਂ, ਬਿਨਾਂ ਬਹਿਸ ਦੇ ਇਸ਼ਾਰਾ ਕੀਤਾ। ਅਸੀਂ ਪਰਮੇਸ਼ਰ ਦੇ ਬੱਚਿਆਂ ਅਤੇ ਵਿਸ਼ਵਾਸੀਆਂ ਨੂੰ ਯਾਦ ਕਰਵਾਉਣਾ ਚਾਹੁੰਦੇ ਹਾਂ ਜਿਹੜੇ ਸੱਚਾਈ ਨੂੰ ਜਾਣਦੇ ਹਨ ਤੇ ਜਿਨ੍ਹਾਂ ਨੇ ਪਰਮੇਸ਼ਰ ਦੇ ਵਚਨ ਦੀ ਸੱਚਾਈ ਨੂੰ ਸਵੀਕਾਰ ਕੀਤਾ ਹੈ ਕਿ ਪਰਮੇਸ਼ਰ ਨੇ ਕਲੀਸਿਆ ਦੇ ਵਿੱਚ ਕੁਝ ਨੂੰ ਪਹਿਲਾਂ ਰਸੂਲ, ਫਿਰ ਨਬੀ, ਪ੍ਰਚਾਰਕ, ਉਸਤਾਦ ਤੇ ਪਾਸਬਾਨ ਕਰਕੇ ਸਥਾਪਿਤ ਕੀਤਾ, ਜੋ ਕਿ ਪਹਿਲਾ ਕੁਰਿੰਥੀਆਂ 12 ਅਧਿਆਇ ਵਿੱਚ ਦਰਜ ਹੈ। ਪਹਿਲਾ ਕੁਰਿੰਥੀਆਂ 12ਵਾਂ ਅਧਿਆਇ ਉਹਦੀ 28 ਆਇਤ, ਦਾਨ ਤੇ ਬੁਲਾਹਟ ਬਗੈਰ ਤੌਬਾ ਕੀਤਿਆਂ ਤੋਂ। ਕਲੀਸਿਆ ਦੇ ਵਿੱਚ ਪਰਮੇਸ਼ਰ ਨੇ ਕਈਆਂ ਨੂੰ ਥਾਪਿਆ ਹੈ, ਪਹਿਲਾਂ ਰਸੂਲਾਂ ਨੂੰ, ਦੂਜੇ ਨਬੀਆਂ ਨੂੰ, ਤੀਜੇ ਉਪਦੇਸ਼ਕਾਂ ਨੂੰ, ਫਿਰ ਕਰਾਮਾਤੀਆਂ ਨੂੰ, ਫਿਰ ਨਿਰੋਇਆ ਕਰਨ ਦੀਆਂ ਦਾਤਾਂ ਵਾਲਿਆਂ ਨੂੰ, ਉਪਕਾਰੀਆਂ ਨੂੰ, ਹਾਕਮਾਂ ਨੂੰ ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਣ ਵਾਲਿਆਂ ਨੂੰ। ਅਸੀਂ ਪਰਮੇਸ਼ਰ ਦੇ ਬੱਚਿਆਂ, ਪਰਮੇਸ਼ਰ ਦੇ ਸੇਵਾਦਾਰਾਂ ਦੀ ਯਾਦ ਲਈ ਉਹਨੂੰ ਸੱਦਣਾ ਚਾਹੁੰਦੇ ਹਾਂ ਅਤੇ ਘੋਸ਼ਣਾ ਕਰਦੇ ਹਾਂ ਕਿ ਪਰਮੇਸ਼ਰ ਦੇ ਕੋਲ ਉਸ ਦੇ ਚੁਣੇ ਹੋਏ ਸੇਵਾਦਾਰ ਹਨ ਅਤੇ ਪਰਮੇਸ਼ਰ ਦੇ ਇਹ ਸੇਵਾਦਾਰ ਬਿਨਾਂ ਤੌਬਾ ਦੇ ਸੱਦੇ ਗਏ ਹਨ ਅਤੇ ਬੁਲਾਹਟ ਬਿਨਾਂ ਤੌਬਾ ਦੇ ਹੈ। ਦਾਨ ਤੇ ਬੁਲਾਹਟ ਬਿਨਾਂ ਤੌਬਾ ਕੀਤੀਆਂ ਹਨ। ਅਸੀਂ ਪਵਿੱਤਰ ਸ਼ਾਸਤਰ ਤੋਂ ਸਮਝਦੇ ਹਾਂ ਕਿ ਪਰਮੇਸ਼ਰ ਦਾ ਇੱਕ ਸੇਵਾਦਾਰ ਆਪਣੀ ਮਾਂ ਦੀ ਕੁੱਖੋਂ ਹੀ ਠਹਿਰਾਇਆ ਜਾਂਦਾ ਹੈ। ਯਿਰਮੀਆ ਦੇ ਮਾਮਲੇ ਵਿੱਚ ਸ਼ੁਰੂ ਦੇ ਅਧਿਆਵਾਂ ਵਿੱਚ ਪਰਮੇਸ਼ਰ ਨੇ ਉਸ ਨੂੰ ਕਿਹਾ, ਮੈਂ ਤੈਨੂੰ ਤੇਰੀ ਮਾਂ ਦੇ ਢਿੱਡੋਂ ਹੀ ਠਹਿਰਾਇਆ ਹੈ, ਇੱਥੋਂ ਤੱਕ ਕਿ ਤੈਨੂੰ ਕੁੱਖ ਵਿੱਚ ਬਣਨ ਤੋਂ ਪਹਿਲਾਂ ਹੀ ਠਹਿਰਾਇਆ ਹੈ। ਕਿਰਪਾ ਕਰਕੇ ਮੈਨੂੰ ਠੀਕ ਕਰੋ। ਇਸ ਲਈ ਯਿਰਮੀਆ, ਜੇ ਅਸੀਂ ਉਸ ਦੇ ਜੀਵਨ ਨੂੰ ਦੇਖਦੇ ਹਾਂ ਤਾਂ ਅਸੀਂ ਉਸ ਨੂੰ ਉਦਾਹਰਨ ਵਜੋਂ ਇਸਤੇਮਾਲ ਕਰ ਸਕਦੇ ਹਾਂ ਕਿ ਕਿਵੇਂ ਪਰਮੇਸ਼ਰ ਆਪਣੇ ਸੇਵਾਦਾਰਾਂ ਨੂੰ ਆਪਣੇ ਹੱਥੀਂ ਪਹਿਲਾਂ ਤੋਂ ਠਹਿਰਾਉਂਦਾ ਹੈ ਕਿ ਉਹ ਇੱਕ ਨਿਸ਼ਚਿਤ ਸਮੇਂ ਉੱਪਰ ਪੈਦਾ ਹੋਣ ਅਤੇ
ਉਹਦੇ ਬਿਹਾਫ ਉੱਤੇ ਬੋਲਣ ਤੇ ਇੱਕ ਨਿਰਧਾਰਤ ਸਮੇਂ ਉੱਤੇ ਉਹ ਪ੍ਰਗਟ ਹੁੰਦੇ ਹਨ। ਅਤੇ ਇਹ ਕਈ ਹੋਰ ਨਬੀਆਂ ਪਰਮੇਸ਼ਵਰ ਦੇ ਸੇਵਾਦਾਰਾਂ ਦੇ ਨਾਲ ਬਾਈਬਲ ਦੇ ਇਸ ਪੈਟਰਨ ਦੇ ਮਗਰ ਚੱਲਦਾ ਹੈ, ਜਿੱਦਾਂ ਕਿ ਮੂਸਾ ਦੇ ਮਾਮਲੇ ਵਿੱਚ ਸੀ, ਜਿਸ ਦੇ ਕਿ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ, ਅਤੇ ਹੋਰ ਨਬੀ ਜਿਨ੍ਹਾਂ ਨੂੰ ਅਸੀਂ ਇੱਥੇ ਸ਼ਾਮਲ ਨਹੀਂ ਕਰ ਸਕਦੇ, ਪਰ ਉਹ ਪਰਮੇਸ਼ਵਰ ਦੇ ਸੱਦੇ ਹੋਏ, ਪਰਮੇਸ਼ਵਰ ਦੇ ਪਹਿਲਾਂ ਤੋਂ ਠਹਿਰਾਏ ਹੋਏ ਸਨ। ਜਿੱਦਾਂ ਏਲੀਆ ਦੇ ਮਾਮਲੇ ਵਿੱਚ, ਜਿਸ ਦੀ ਅੰਤ ਸਮੇਂ ਦੇ ਵਿੱਚ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ, ਜਿਵੇਂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਯਿਸੂ ਮਸੀਹ ਦੀ ਪਹਿਲੀ ਆਮਦ ਤੋਂ ਪਹਿਲਾਂ। ਅਤੇ ਪਰਮੇਸ਼ਵਰ ਦੇ ਸੇਵਾਦਾਰਾਂ ਦੀ ਬੁਲਾਹਟ ਨਾਲ ਸੰਬੰਧਿਤ ਇੱਥੇ ਬਹੁਤ ਸਾਰੀਆਂ ਉਦਾਹਰਨਾਂ ਬਾਰੇ ਬੋਲਿਆ ਜਾ ਸਕਦਾ ਹੈ, ਅਤੇ ਪਰਮੇਸ਼ਵਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਇਸਤੇਮਾਲ ਕਰੇਗਾ, ਭਾਵੇਂ ਉਹ ਬੋਲ ਸਕਦੇ ਹਨ ਜਾਂ ਬੋਲਣ ਦੇ ਵਿੱਚ ਰੁਕਾਵਟ ਹੈ। ਜਦੋਂ ਮੂਸਾ ਨੇ ਸ਼ਿਕਾਇਤ ਕੀਤੀ, ਪਰਮੇਸ਼ਵਰ ਨੇ ਉਸ ਨੂੰ ਪੁੱਛਿਆ, ਮੂੰਹ ਕਿਸ ਨੇ ਬਣਾਇਆ? ਇਹ ਕੰਮ ਉਸ ਦਾ ਸੀ, ਤੇ ਪਰਮੇਸ਼ਵਰ ਨੇ ਬੋਲਣ ਦੇ ਲਈ ਹਾਰੂਨ ਨੂੰ ਉਸ ਨੂੰ ਦਿੱਤਾ। ਇਹ ਚੀਜ਼ ਦਰਸਾਉਂਦੀ ਹੈ ਕਿ ਪਰਮੇਸ਼ਵਰ ਇੱਕ ਆਦਮੀ ਨੂੰ ਇੱਕ ਨਿਸ਼ਚਿਤ ਕੰਮ ਲਈ ਠਹਿਰਾਉਂਦਾ ਹੈ, ਭਾਵੇਂ ਉਹ ਆਦਮੀ ਇਸ ਨੂੰ ਜਾਣਦਾ ਹੈ ਜਾਂ ਨਹੀਂ, ਭਾਵੇਂ ਉਹ ਇਸ 'ਤੇ ਵਿਸ਼ਵਾਸ ਕਰਦਾ ਹੈ ਜਾਂ ਨਹੀਂ, ਭਾਵੇਂ ਉਹ ਇਸ ਕੰਮ ਤੋਂ ਦੂਰ ਭੱਜਦਾ ਹੈ ਜਾਂ ਨਹੀਂ, ਪਰਮੇਸ਼ਵਰ ਉਸ ਨੂੰ ਆਪਣੀ ਸੇਵਾ ਕਰਨ ਲਈ ਵਾਪਸ ਲਿਆਵੇਗਾ। ਅਤੇ ਇਹ ਉਹ ਵਿਚਾਰ ਹਨ ਜਿਨ੍ਹਾਂ ਦੇ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ। ਅਤੇ ਉੱਥੇ ਸਾਡੇ ਮੁੱਠੀ ਪਰ ਥੋੜ੍ਹੇ ਜਿਹੇ ਸਾਡੇ ਸਮੇਤ ਬਹੁਤ ਸਾਰੇ ਸੰਸਾਰ ਭਰ ਦੇ ਵਿਸ਼ਵਾਸੀ, ਅਸੀਂ ਇਸ ਨੂੰ ਆਪਣੇ ਸਮੇਂ 'ਤੇ ਆਪਣੇ ਦਿਨ ਤੱਕ ਲਿਆਉਂਦੇ ਹਾਂ। ਡੂੰਘਾਈ ਨਾਲ ਵਿਚਾਰ ਕਰੋ ਕਿ ਭਾਈ ਪੌਲਸ ਨੇ 5 ਪੱਖੀ ਸੇਵਕਾਈ ਅਤੇ 9 ਪ੍ਰਕਾਰ ਦੇ ਦਾਨਾਂ ਬਾਰੇ ਭਵਿੱਖਬਾਣੀ ਕੀਤੀ ਸੀ। ਪੈਂਤੇਕੁਸਤ ਦੇ ਦਿਨ 'ਤੇ ਪਵਿੱਤਰ ਆਤਮਾ ਦੇ ਵਹਾਏ ਜਾਣ ਤੋਂ ਬਾਅਦ ਇਹਦੀ ਘੋਸ਼ਣਾ ਕੀਤੀ ਗਈ ਸੀ, ਅਤੇ ਸਾਡੇ ਕੋਲ ਰਸੂਲ, ਨਬੀ, ਪ੍ਰਚਾਰਕ, ਉਸਤਾਦ ਤੇ ਪਾਸਬਾਨ, ਮਹਾਨ ਆਦਮੀ 9 ਪ੍ਰਕਾਰ ਦੇ ਦਾਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਸਨ। ਪਰ ਅਸੀਂ ਕਦੇ ਉਹਨਾਂ ਮਹਾਨ ਆਦਮੀਆਂ ਬਾਰੇ ਨਹੀਂ ਸੁਣਿਆ। ਰਸੂਲ ਹੋਣ ਵਜੋਂ ਤੇ ਉਹ ਆਪਣੇ ਸਥਾਨ ਅਨੁਸਾਰ ਇੱਕ ਦਸਤੂਰ ਵਿੱਚ ਸੈੱਟ ਸਨ ਕਿ ਉਹ ਆਪਸ ਵਿੱਚ ਇੱਕ ਦੂਜੇ ਨਾਲ ਲੜ ਰਹੇ ਸਨ ਕਿ ਪਰਮੇਸ਼ਰ ਰਾਜ 'ਚ ਸਭ ਤੋਂ ਵੱਡਾ ਕੌਣ ਹੋਵੇਗਾ। ਨਹੀਂ, ਪਰ ਜਦੋਂ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਆਇਆ, ਜਦੋਂ ਪਵਿੱਤਰ ਆਤਮਾ ਦਾ ਬਪਤਿਸਮਾ ਉਹਨਾਂ ਦੇ ਉੱਪਰ ਉਤਰਿਆ, ਫਿਰ ਉਹਨਾਂ ਨੇ ਆਪਣੇ ਆਪ ਨੂੰ ਨਵੇਂ ਨੇਮ ਦੇ ਵਿੱਚ ਰਸੂਲਾਂ ਦੇ ਕਰਤੱਵ ਦੀ ਕਿਤਾਬ ਦੇ ਵਿੱਚ ਪਰਮੇਸ਼ਵਰ ਦੇ ਸੇਵਾਦਾਰਾਂ ਤੇ ਰਸੂਲਾਂ ਦੇ ਵਜੋਂ ਘੋਸ਼ਿਤ ਕੀਤਾ। ਅਸੀਂ ਉਹਨਾਂ ਚੀਜ਼ਾਂ ਨੂੰ ਯਾਦ ਵਿੱਚ ਲਿਆ ਰਹੇ ਹਾਂ ਅਤੇ ਆਪਣੇ ਭਾਈਆਂ ਨਾਲ ਸਾਂਝਾ ਕਰ ਰਹੇ ਹਾਂ। ਉਹਨਾਂ ਨੂੰ ਵਿਸ਼ਵਾਸ ਕਰਨ ਦੀ ਜ਼ਰੂਰਤ ਨਹੀਂ ਹੈ, ਉਹ ਸਾਡੀ ਕਲੀਸਿਆ ਦੇ ਨਹੀਂ ਹਨ, ਅਤੇ ਉਹਨਾਂ ਨੂੰ ਇੱਕ ਵਿਸ਼ੇਸ਼ ਕਲੀਸਿਆ ਨਾਲ ਸੰਬੰਧ ਰੱਖਣ ਦੀ ਜ਼ਰੂਰਤ ਨਹੀਂ, ਪਰ ਅਸੀਂ ਉਹਨਾਂ ਨੂੰ ਪਰਮੇਸ਼ਵਰ ਦੇ ਵਚਨਾਂ ਦੇ ਉੱਪਰ ਵਿਸ਼ਵਾਸ ਕਰਨ ਦੇ ਲਈ ਸੱਦਦੇ ਹਾਂ। 5 ਪੱਖੀ ਸੇਵਕਾਈ ਨੂੰ ਇਸਤੇਮਾਲ ਕਰਨਾ ਜਾਂ ਕਿਸੇ ਨਬੀ ਦੀ ਬੁਲਾਹਟ, ਜਿਵੇਂ ਪੁਰਾਣਾ ਨੇਮ ਇਹਦਾ ਸਬੂਤ ਹੈ, ਅਤੇ ਪਰਮੇਸ਼ਵਰ ਦੀ ਬੁਲਾਹਟ 'ਤੇ ਵਿਚਾਰ ਕਰਨਾ, ਇਹ ਤੱਥ ਹਨ ਜੋ ਅਸੀਂ ਸਾਂਝੇ ਕਰਨਾ ਚਾਹੁੰਦੇ ਹਾਂ। ਪਰ ਅਸੀਂ ਅੱਜ ਇੱਥੇ ਹਾਂ, ਅਤੇ ਸਾਨੂੰ ਧਰਤੀ ਉੱਪਰ 5 ਪੱਖੀ ਸੇਵਕਾਈ ਦੇ ਪ੍ਰਗਟ ਹੋਣ ਅਤੇ ਪੈਂਤੇਕੁਸਤ ਦੇ ਦਿਨ ਦੀ ਤਰ੍ਹਾਂ ਇੱਕ ਹੋਰ ਪਵਿੱਤਰ ਆਤਮਾ ਵਹਾਏ ਜਾਣ ਦੁਆਰਾ ਉੱਪਰੋਂ ਸ਼ਕਤੀ ਹਾਸਲ ਕਰਨ ਦੀ ਜ਼ਰੂਰਤ ਹੈ। ਮੈਂ ਸਾਡੇ ਲਈ ਅਤੇ ਦੁਨੀਆ ਭਰ ਦੇ ਸਾਰੇ ਵਿਸ਼ਵਾਸੀਆਂ ਲਈ ਇਹ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਦੇ ਸੇਵਾਦਾਰ ਗਲਤੀ ਵਿੱਚ ਹੋ ਸਕਦੇ ਹਨ, ਕਿਉਂਕਿ ਬੁਲਾਹਟ ਤੇ ਦਾਨ ਬਿਨਾਂ ਤੋਬਾ ਕੀਤਿਆਂ ਮਿਲ ਜਾਂਦੇ ਹਨ। ਉਹ ਗਲਤ ਹੋ ਸਕਦੇ ਹਨ, ਜਿਵੇਂ ਕਿ ਬਹੁਤ ਸਾਰੇ ਗਲਤ ਸਨ, ਅਤੇ 5 ਪੱਖੀ ਸੇਵਕਾਈ ਪਰਮੇਸ਼ਵਰ ਦੀ ਠਹਿਰਾਈ ਹੋਈ ਹੈ, ਪਰ ਉਹ ਸਥਾਨਾਂ ਦੇ ਵਿੱਚ ਸੈੱਟ ਨਹੀਂ ਕੀਤੀ ਗਈ। ਇਸੇ ਕਾਰਨ ਸੇਵਾਦਾਰ ਗਲਤ ਹੋ ਸਕਦੇ ਹਨ, ਜਾਂ ਜਿਵੇਂ ਸਾਨੂੰ ਸਿਖਾਇਆ ਗਿਆ ਹੈ, ਗੋਦ ਲੈਣਾ, ਜਿਸ ਨੂੰ ਪੁੱਤਰਾਂ ਦਾ ਲਿਪਾਲਕਪਨ ਕਿਹਾ ਜਾਂਦਾ ਹੈ। ਉਹ ਵੱਖਰੀਆਂ ਧਾਰਨਾਵਾਂ ਤੇ ਵੱਖਰੇ ਵਿਚਾਰ ਰੱਖ ਸਕਦੇ ਹਨ। ਉਹ ਆਪਣੀਆਂ ਸਿੱਖਿਆਵਾਂ ਦੇ ਵਿੱਚ ਬੁਰੀ ਤਰ੍ਹਾਂ ਨਾਲ ਗਲਤ ਹੋ ਸਕਦੇ ਹਨ। ਉਹ ਆਪਣੇ ਤਰੀਕਿਆਂ ਵਿੱਚ, ਆਪਣੀਆਂ ਵਿਆਕੁਲਤਾਵਾਂ ਵਿੱਚ ਗਲਤ ਕਲੀਸਿਆ, ਗਲਤ ਸਮੂਹ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸਕਦੇ ਹਨ। ਉਹ ਮੂਰਤੀ ਪੂਜਕ ਜਾਂ ਆਦਮੀਆਂ ਦੀ ਪੂਜਾ ਕਰਨ ਵਾਲੇ ਦੂਜੀਆਂ ਸਿੱਖਿਆਵਾਂ ਅੱਗੇ ਝੁਕ ਰਹੇ ਹੋ ਸਕਦੇ ਹਨ, ਤੇ ਅਜੇ ਵੀ ਉਹ ਪਰਮੇਸ਼ਵਰ ਦੇ ਸੇਵਾਦਾਰ ਹੋ ਸਕਦੇ ਹਨ ਜਦ ਤੱਕ ਉਹਨਾਂ ਨੂੰ ਪਰਮੇਸ਼ਵਰ ਦੁਆਰਾ ਸੱਦਿਆ ਨਹੀਂ ਜਾਂਦਾ
ਇੱਥੋਂ ਤੱਕ ਕਿ ਪਰਮੇਸ਼ਰ ਦੁਆਰਾ ਉਹਨਾਂ ਦੀ ਪੋਜੀਸ਼ਨ ਨਹੀਂ ਦੱਸੀ ਜਾਂਦੀ। ਇਸ ਤੱਥ ਨੂੰ ਘੋਸ਼ਿਤ ਕੀਤਾ ਗਿਆ ਹੈ, ਮੈਂ ਇਹਨੂੰ ਤੁਹਾਡੇ ਧਿਆਨ ਦੇ ਵਿੱਚ ਲਿਆਉਂਦਾ ਹਾਂ, ਅਤੇ ਅਸੀਂ ਬੈਤਲ ਉਹਨਾਂ ਤੱਥਾਂ 'ਤੇ ਸਥਾਪਿਤ ਹਾਂ। ਇਸ ਲਈ ਅਸੀਂ ਇਹਨਾਂ ਹਵਾਲਿਆਂ ਨੂੰ ਦਿਖਾਉਣ ਲਈ ਇਸ਼ਾਰਾ ਕਰਦੇ ਹਾਂ ਕਿ ਪੌਲਸ ਰਸੂਲ, ਜੋ ਇੱਕ ਵਾਰ ਸ਼ਾਉਲ ਦੇ ਸਰਨਾਮੇ ਨੂੰ ਲੈ ਕੇ ਚੱਲ ਰਿਹਾ ਸੀ, ਗਲਤ ਚੀਜ਼ ਨਾਲ ਸੰਬੰਧਿਤ ਸੀ। ਉਹ ਇੱਕ ਫਰੀਸੀ ਸੀ। ਉਹ ਫਰੀਸੀਆਂ ਦਾ ਬਚਾਅ ਕਰ ਰਿਹਾ ਸੀ, ਅਤੇ ਜਦੋਂ ਪਰਮੇਸ਼ਰ ਦੇ ਪੁੱਤਰ, ਪਰਮੇਸ਼ਰ ਦੇ ਰਸੂਲ ਇਸਤੀਫਾਨ ਨੂੰ ਪੱਥਰਾਂ ਨਾਲ ਮਾਰ ਦਿੱਤਾ ਗਿਆ ਸੀ, ਸ਼ਾਉਲ ਉੱਥੇ ਸੀ ਅਤੇ ਉਹ ਸਹਿਮਤ ਸੀ। ਉਹ ਪਰਮੇਸ਼ਰ ਦਾ ਪਹਿਲਾਂ ਤੋਂ ਠਹਿਰਾਇਆ ਹੋਇਆ ਰਸੂਲ ਸੀ, ਪਰ ਉਹ ਗਲਤੀ ਵਿੱਚ ਸੀ। ਪਰਮੇਸ਼ਰ ਦੀ ਉਸ ਦੇ ਲਈ ਯੋਜਨਾ ਸੀ, ਪਰ ਉਹ ਗਲਤ ਸੀ। ਸਾਡੇ ਕੋਲ ਪਰਮੇਸ਼ਰ ਦੇ ਠਹਿਰਾਏ ਹੋਏ ਰਸੂਲ, ਨਬੀ, ਪ੍ਰਚਾਰਕ, ਉਸਤਾਦ, ਪਾਸਬਾਨ ਹੋ ਸਕਦੇ ਹਨ, ਜੋ ਆਪਣੇ ਆਪ ਨੂੰ ਪੰਜ ਪੱਖੀ ਸੇਵਕਾਈ ਵਿੱਚ ਪ੍ਰਗਟ ਕਰਨਗੇ, ਅਤੇ ਉਹ ਅਜੇ ਵੀ ਪੌਲਸ ਰਸੂਲ ਵਾਂਗ ਆਪਣੀ ਗਲਤ ਸਿੱਖਿਆ ਵਿੱਚ ਹੋ ਸਕਦੇ ਹਨ। ਪਰ ਫਿਰ ਪਰਮੇਸ਼ਰ ਨੇ ਸਖਤ ਤਰੀਕੇ ਨੂੰ ਇਸਤੇਮਾਲ ਕਰਕੇ ਪੌਲਸ ਨੂੰ ਸੱਦਿਆ। ਇੱਕ ਅੱਗ ਦਾ ਖੰਭਾ ਉਸ ਨੂੰ ਦਿਖਾਈ ਦਿੱਤਾ, ਅਤੇ ਉਹਨੇ ਉਸ ਨੂੰ ਦਮਿਸ਼ਕ ਦੇ ਰਾਹ ਦੇ ਉੱਪਰ ਸੁੱਟ ਦਿੱਤਾ। ਉਸ ਦਾ ਇਰਾਦਾ ਭਾਈਆਂ ਨੂੰ ਸਤਾਉਣਾ, ਪਰਮੇਸ਼ਰ ਦੇ ਬੱਚਿਆਂ ਨੂੰ ਜੇਲ੍ਹ ਦੇ ਵਿੱਚ ਲਿਜਾਣਾ ਸੀ, ਪਰ ਉਹ ਗਲਤ ਸੀ। ਕੀ ਤੁਸੀਂ ਵਿਚਾਰ ਕੀਤਾ ਕਿ ਕੁਝ ਆਦਮੀ ਕੁਝ ਨਿਸ਼ਚਿਤ ਚੀਜ਼ਾਂ 'ਤੇ ਪ੍ਰਚਾਰ ਕਰ ਰਹੇ ਹੋ ਸਕਦੇ ਹਨ, ਪਰ ਪਰਮੇਸ਼ਰ ਦੇ ਵਿੱਚ ਉਹਨਾਂ ਦਾ ਇੱਕ ਸਥਾਨ ਹੈ। ਅਜਿਹੇ ਸਮੇਂ ਜਦੋਂ ਪਰਮੇਸ਼ਰ ਤਿਆਰ ਹੁੰਦਾ ਹੈ, ਪਰਮੇਸ਼ਰ ਉਸ ਭਰਾ ਨੂੰ ਅਤੇ ਉਹਨਾਂ ਭਰਾਵਾਂ ਨੂੰ ਉਹਨਾਂ ਦੇ ਵੱਡੇ ਅਹੁਦੇ ਤੋਂ, ਵੱਡੇ ਭਰਾ ਹੋਣ ਦੇ ਅਹੁਦੇ ਤੋਂ ਹੇਠਾਂ ਸੁੱਟੇਗਾ, ਅਤੇ ਉਹਨਾਂ ਨੂੰ ਮਹਾਨ ਤਰੀਕੇ ਨਾਲ ਇਸਤੇਮਾਲ ਕਰੇਗਾ। ਅਸੀਂ ਅੱਜ ਉਸ ਸੇਵਕਾਈ ਦੇ ਕਰਕੇ ਉਮੀਦ ਕਰਨੀ ਹੈ ਜਿਸ ਬਾਰੇ ਭਵਿੱਖਬਾਣੀ ਕੀਤੀ ਗਈ ਸੀ। ਇੱਕ ਪੰਜ ਪੱਖੀ ਸੇਵਕਾਈ ਦਾ ਧਰਤੀ ਉੱਪਰ ਇੱਕ ਵਾਰ ਹੋਰ ਪਵਿੱਤਰ ਆਤਮਾ ਦੇ ਵਹਾਏ ਜਾਣ ਦੁਆਰਾ ਆਉਣਾ ਜ਼ਰੂਰੀ ਹੈ, ਅਤੇ ਇਸ ਭੀੜ ਵਿੱਚ ਜਿਨ੍ਹਾਂ ਨੂੰ ਅਸੀਂ ਵਿਸ਼ਵਾਸੀ ਪੰਜ ਪੱਖੀ ਸੇਵਕਾਈ ਪਰਮੇਸ਼ਰ ਦੇ ਬੱਚੇ ਕਹਿੰਦੇ ਹਾਂ, ਪਰਮੇਸ਼ਰ ਦੇ ਠਹਿਰਾਏ ਹੋਏ ਬਿਨਾਂ ਤੋਬਾ ਦੁਆਰਾ ਦਾਨ ਅਤੇ ਬਲਾਹਟ, ਪਰਮੇਸ਼ਰ ਅੱਜ ਉਸ ਭੀੜ ਵਿੱਚੋਂ ਉਹਨਾਂ ਨੂੰ ਲੈ ਸਕਦਾ ਹੈ। ਕੁਝ ਨਾ ਬਚੇ ਹੋਏ, ਬਿਨਾਂ ਤੋਬਾ ਕੀਤੇ ਹੋਏ ਸਨ, ਉਹ ਸੱਦੇ ਗਏ ਸਨ, ਅਤੇ ਪਰਮੇਸ਼ਰ ਆ ਸਕਦਾ ਹੈ ਅਤੇ ਉਹਨਾਂ ਨੂੰ ਇਸਤੇਮਾਲ ਕਰ ਸਕਦਾ ਹੈ। ਅਸੀਂ ਕੁਝ ਆਦਮੀਆਂ ਨੂੰ ਉਦੋਂ ਤੱਕ ਨਹੀਂ ਵੇਖਦੇ ਜਦ ਤੱਕ ਉਹ ਝੂਠੇ ਮਸਾ ਕੀਤੇ ਹੋਏ ਨਹੀਂ ਹੁੰਦੇ, ਜਿਵੇਂ ਕਿ ਲਿਖਤਾਂ ਦੁਆਰਾ ਇਹਨਾਂ ਦੇ ਧਰਤੀ ਉੱਪਰ ਪਰਮੇਸ਼ਰ ਦੀ ਸੇਵਕਾਈ ਅਤੇ ਪਰਮੇਸ਼ਰ ਦੇ ਬੱਚਿਆਂ ਵਿਰੁੱਧ ਲੜਨ ਲਈ ਪੈਦਾ ਹੋਣ ਦੀ ਘੋਸ਼ਣਾ ਕੀਤੀ ਗਈ ਹੈ। ਇੱਥੇ ਇੱਕ ਸ਼ੈਤਾਨ ਦੀ ਪੰਜ ਪੱਖੀ ਸੇਵਕਾਈ ਹੈ ਅਤੇ ਇੱਕ ਪਰਮੇਸ਼ਰ ਦੀ ਪੰਜ ਪੱਖੀ ਸੇਵਕਾਈ ਹੈ। ਸਾਨੂੰ ਧਿਆਨ ਰੱਖਣਾ ਜ਼ਰੂਰੀ ਹੈ ਕਿ ਅਸੀਂ ਕਿਵੇਂ ਨਿੰਦਿਆ ਕਰਦੇ ਹਾਂ। ਸਾਨੂੰ ਧਿਆਨ ਰੱਖਣਾ ਜ਼ਰੂਰੀ ਹੈ ਕਿ ਅਸੀਂ ਕਿਸ ਤਰ੍ਹਾਂ ਪਵਿੱਤਰ ਆਤਮਾ ਦੇ ਵਹਾਏ ਜਾਣ ਤੋਂ ਪਹਿਲਾਂ ਪਵਿੱਤਰ ਆਤਮਾ ਦੇ ਵਿਰੁੱਧ ਕੁਫਰ ਬੋਲਦੇ ਹਾਂ। ਪੌਲਸ ਦੀ ਉਦਾਹਰਨ ਨਾਲ ਕਈ ਕਹਿ ਸਕਦੇ ਹਨ ਕਿ ਪੌਲਸ ਨੇ ਆਪਣੇ ਰਾਹ ਦੇ ਉੱਪਰ ਚੱਲਦਿਆਂ ਕੁਫਰ ਬੋਲਿਆ ਸੀ। ਉਸਨੇ ਇਸ ਤਰ੍ਹਾਂ ਨਹੀਂ ਕੀਤਾ ਸੀ। ਉਹ ਝੂਠਾ ਮਸਾ ਕੀਤਾ ਹੋਇਆ ਨਹੀਂ ਸੀ। ਅਸੀਂ ਘੋਸ਼ਣਾ ਕਰਦੇ ਹਾਂ ਕਿ ਪਰਮੇਸ਼ਰ ਦੀ ਪੰਜ ਪੱਖੀ ਸੇਵਕਾਈ, ਰਸੂਲ, ਨਬੀ, ਪ੍ਰਚਾਰਕ, ਉਸਤਾਦ ਅਤੇ ਪਾਸਬਾਨ ਅੱਜ ਸੱਚਾਈ ਤੋਂ ਰਹਿਤ ਹਨ ਅਤੇ ਆਪਣਾ ਬਚਾਅ ਕਰ ਰਹੇ ਹਨ, ਅਤੇ ਉਹਨਾਂ ਚੀਜ਼ਾਂ ਦਾ ਪ੍ਰਚਾਰ ਕਰ ਰਹੇ ਹਨ ਜੋ ਗਲਤ ਹਨ, ਜਿਵੇਂ ਕਿ ਅਸੀਂ ਪਿੱਛੇ ਇਹਦੀ ਘੋਸ਼ਣਾ ਕੀਤੀ ਹੈ, ਜਿਵੇਂ ਕਿ ਸਵਰਗ 'ਤੇ ਉਠਾਇਆ ਜਾਣਾ ਨੇੜੇ ਹੈ, ਵਚਨ ਹੀ ਪਵਿੱਤਰ ਆਤਮਾ ਹੈ, ਅਸੀਂ ਹੁਣ ਗੋਸ਼ੀਆਂ ਦੀ ਧਰਤੀ ਵਿੱਚ ਹਾਂ, ਵਗੈਰਾ ਵਗੈਰਾ। ਉਹ ਨਬੀ ਦਾ ਖੰਡਨ ਕਰਦੇ ਹਨ, ਖੇਡਾਂ ਖੇਡਣ ਦੀ, ਨੰਗੇ ਪਹਿਰਾਵੇ ਦੀ ਆਗਿਆ ਦਿੰਦੇ ਹਨ, ਅਤੇ ਕਈਆਂ ਨੂੰ ਖਿੱਚ ਲੈਂਦੇ ਹਨ, ਜਿਵੇਂ ਪੌਲਸ ਨੇ ਕਈਆਂ ਨੂੰ ਖਿੱਚ ਲਿਆ ਸੀ। ਪਰ ਪਰਮੇਸ਼ਰ ਤੋਬਾ ਕਰਨ ਦੇ ਸਕਦਾ ਹੈ। ਪਰਮੇਸ਼ਰ ਕਿਰਪਾ ਕਰ ਸਕਦਾ ਹੈ। ਜੇ ਪਰਮੇਸ਼ਰ ਦੁਆਰਾ ਪਰਮੇਸ਼ਰ ਦਾ ਇੱਕ ਸੇਵਾਦਾਰ ਆਪਣੀ ਮਾਂ ਦੀ ਕੁੱਖੋਂ ਹੀ ਪੰਜ ਪੱਖੀ ਸੇਵਕਾ ਲਈ ਠਹਿਰਾਇਆ ਜਾ ਚੁੱਕਾ ਹੈ, ਤਦ ਕੋਈ ਗੱਲ ਨਹੀਂ ਕਿ ਕੀ ਵਾਪਰਦਾ ਹੈ। ਪਰਮੇਸ਼ਰ ਉਸ ਆਦਮੀ ਨੂੰ ਪੌਲਸ ਦੇ ਵਾਂਗ ਲਿਆਵੇਗਾ, ਉਸ ਨੂੰ ਸ਼ਕਤੀ ਨਾਲ ਇਸਤੇਮਾਲ ਕਰੇਗਾ, ਅਤੇ ਸਾਨੂੰ ਬੈਤਲ ਨੂੰ ਇਸ ਤਰੀਕੇ ਨਾਲ ਸਿਖਾਇਆ ਗਿਆ ਹੈ ਕਿ ਆਦਮੀ ਅੱਜ ਪਰਮੇਸ਼ਰ ਦੀ ਸ਼ਕਤੀ ਨਾਲ ਇਸਤੇਮਾਲ ਕੀਤੇ ਜਾਣਗੇ, ਮਹਾਨ ਨਿਸ਼ਾਨ, ਅਚੰਭੇ, ਚਮਤਕਾਰ ਕਰਨਗੇ, ਪਹਿਲੀ ਕਿਆਮਤ ਦੇ ਵਿੱਚ ਵੀ ਸ਼ਾਮਲ ਹੋਣਗੇ, ਅਤੇ ਇਸ ਤੋਂ ਪਹਿਲਾਂ ਕਿ ਰੈਪਚਰ ਹੋਵੇ ਉਹ ਆਗੂ ਵੀ ਹੋਣਗੇ। ਸੁਚੇਤ ਰਹੋ, ਸਮਝਦਾਰ ਬਣੋ ਕਿ ਤੁਸੀਂ ਕਿਵੇਂ ਲੋਕਾਂ ਦੇ ਉੱਪਰ ਨਿਆਂ ਲਿਆਉਂਦੇ ਹੋ। ਇਸ ਲਈ ਨਹੀਂ ਕਿ ਉਹ ਕਹਿੰਦੇ ਹਨ ਸਵਰਗ 'ਤੇ ਉਠਾਇਆ ਜਾਣਾ ਨੇੜੇ ਹੈ, ਅਸੀਂ ਉਹਨਾਂ ਦੀ ਨਿੰਦਾ ਕਰਦੇ ਹਾਂ, ਜਾਂ ਕਿਉਂਕਿ ਉਹ ਕਹਿੰਦੇ ਹਨ ਕਿ ਅਸੀਂ ਗੋਸ਼ਣ ਧਰਤੀ ਵਿੱਚ ਹਾਂ, ਅਸੀਂ ਉਹਨਾਂ ਨੂੰ ਝੂਠੇ ਮਸਾ ਕੀਤੇ ਹੋਣ ਨਾਲ
ਜੋੜਦੇ ਹਾਂ ਅਤੇ ਉਹਨਾਂ ਨੂੰ ਝੂਠੇ ਅਤੇ ਝੂਠ ਕਹਿੰਦੇ ਹਾਂ। ਭਾਵੇਂ ਉਹ ਇਹਨਾਂ ਗੱਲਾਂ ਨੂੰ ਝੂਠ ਵਿੱਚ ਬੋਲ ਰਹੇ ਹਨ, ਤੱਥ ਅਜੇ ਵੀ ਉੱਥੇ ਰਹਿੰਦਾ ਹੈ ਕਿ ਪਰਮੇਸ਼ੁਰ ਦੇ ਸੇਵਾਦਾਰ ਗਲਤ ਚੀਜ਼ ਵਿੱਚ ਸ਼ਾਮਲ ਹੋ ਸਕਦੇ ਹਨ, ਗਲਤ ਕਲੀਸਿਆ ਵਿੱਚ ਹੋ ਸਕਦੇ ਹਨ, ਗਲਤ ਚੀਜ਼ਾਂ ਬੋਲ ਸਕਦੇ ਹਨ ਅਤੇ ਗਲਤ ਸਿੱਖਿਆ ਦੇ ਰਹੇ ਹੋ ਸਕਦੇ ਹਨ, ਪਰ ਉਹ ਪਰਮੇਸ਼ੁਰ ਦੇ ਠਹਿਰਾਏ ਹੋਏ ਹਨ। ਯਿਰਮੀਆ ਵਾਂਗ, ਪੌਲਸ ਵਾਂਗ, ਪਤਰਸ ਵਾਂਗ, ਯਾਕੂਬ ਅਤੇ ਯਹੂਨਾ ਅਤੇ ਪਿਛਲੇ ਸਮੇਂ ਵਿੱਚ ਕਈ ਹੋਰ ਨਬੀਆਂ ਵਾਂਗ ਜੋ ਠੀਕ ਨਹੀਂ ਚੱਲਦੇ ਸਨ। ਅਸੀਂ ਯੂਨਾਹ ਦਾ ਹਵਾਲਾ ਦਿੰਦੇ ਹਾਂ। ਪਰਮੇਸ਼ੁਰ ਨੇ ਉਹਨੂੰ ਨੀਨਵਾ ਨਾਮਕ ਜਗ੍ਹਾ 'ਤੇ ਜਾਣ ਲਈ ਸੱਦਿਆ ਸੀ। ਉਸਨੇ ਜਾਣ ਤੋਂ ਇਨਕਾਰ ਕਰ ਦਿੱਤਾ ਜਿਸ ਕੰਮ ਲਈ ਉਹਨੂੰ ਸੱਦਿਆ ਸੀ, ਪਰ ਪਰਮੇਸ਼ੁਰ ਦ੍ਰਿੜ ਸੀ ਅਤੇ ਉਹ ਉਸਨੂੰ ਵੇਲ ਮੱਛੀ ਦੇ ਢਿੱਡ ਵਿੱਚ ਪਾ ਕੇ ਭੇਜ ਦੇਵੇਗਾ। ਅੱਜ ਇਹਨਾਂ ਵਿੱਚੋਂ ਕੁਝ ਆਦਮੀ ਜੋ ਸੱਚਾਈ ਨਾਲ ਸੰਬੰਧਿਤ ਹਨ ਪਰ ਸੱਚ ਤੋਂ ਭਟਕ ਗਏ ਹਨ, ਉਹਨਾਂ ਨੂੰ ਵੇਲ ਮੱਛੀ ਦੇ ਢਿੱਡ ਵਿੱਚ ਪੈ ਕੇ ਆਉਣਾ ਪੈ ਸਕਦਾ ਹੈ। ਉਹਨਾਂ ਨੂੰ ਅੱਗ ਦੇ ਖੰਭੇ ਦੁਆਰਾ ਉਹਨਾਂ ਦੇ ਉੱਚੇ ਘੋੜਿਆਂ ਤੋਂ ਹੇਠਾਂ ਉਤਾਰ ਕੇ ਆਉਣਾ ਪੈ ਸਕਦਾ ਹੈ। ਉਹਨਾਂ ਨੂੰ ਮੂਸਾ ਵਾਂਗ ਸਖਤ ਤਰੀਕੇ ਨਾਲ ਆਉਣਾ ਪੈ ਸਕਦਾ ਹੈ, ਜਿੱਥੇ ਉਹਨੇ ਸੋਚਿਆ ਕਿ ਉਹ ਪਰਮੇਸ਼ੁਰ ਲਈ ਚੰਗਾ ਕਰ ਰਿਹਾ ਸੀ ਜਦੋਂ ਉਹਨੇ ਉਸ ਮਿਸਰੀ ਨੂੰ ਮਾਰਿਆ, ਪਰ ਪਰਮੇਸ਼ੁਰ ਨੇ 40 ਸਾਲ ਬਾਅਦ ਉਹਦੇ ਲਈ ਇਹ ਕੰਮ ਕੀਤਾ ਅਤੇ ਪਰਮੇਸ਼ੁਰ ਦੇ ਲੋਕਾਂ ਨੂੰ ਮਿਸਰ ਦੀ ਧਰਤੀ ਤੋਂ ਛੁਟਕਾਰਾ ਦੇਣ ਲਈ ਅਤੇ ਇਜ਼ਰਾਈਲ ਜਾਣ ਲਈ ਨਬੀ ਬਣਨ ਤੋਂ ਪਹਿਲਾਂ ਉਸ ਨੂੰ 40 ਸਾਲ ਉਜਾੜ ਵਿੱਚ ਹੋਰ ਇੰਤਜ਼ਾਰ ਕਰਨਾ ਪਿਆ। ਮੇਰੀ ਸਲਾਹ ਹੈ, ਜੇ ਤੁਸੀਂ ਇੱਥੋਂ ਤੱਕ ਠਹਿਰਾਏ ਗਏ ਹੋ ਤੇ ਬਚਨ ਨੂੰ ਹੈਂਡਲ ਕਰਨ ਦੇ ਲਈ ਪਰਮੇਸ਼ੁਰ ਦੇ ਇੱਕ ਸੇਵਾਦਾਰ ਹੋ, ਤਾਂ ਸੁਚੇਤ ਰਹੋ ਤੁਸੀਂ ਕਿੱਦਾਂ ਨਿਆਂ ਕਰਦੇ ਹੋ। ਮੈਂ ਅੱਜ ਪੱਕਾ ਯਕੀਨ ਰੱਖਦਾ ਹਾਂ ਅਤੇ ਅਸੀਂ ਅੱਜ ਪੱਕਾ ਯਕੀਨ ਰੱਖਦੇ ਹਾਂ, ਮਲਾਕੀ 4 ਦੀ ਭਵਿੱਖਬਾਣੀ ਦੇ ਅਨੁਸਾਰ ਉੱਥੇ 5 ਪੱਖੀ ਸੇਵਕਾਈ ਜ਼ਰੂਰ ਹੋਵੇਗੀ ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਆਦਮੀ ਜੋ ਲਾਉਦੀਕਿਆ ਕਾਲ ਦੀ ਚੀਜ਼ਾਂ ਵਿੱਚ ਫਸੇ ਹਨ, ਜਿਹੜੀਆਂ ਚੀਜ਼ਾਂ ਗਲਤ ਹਨ, ਪਰਮੇਸ਼ੁਰ ਉਹਨਾਂ ਨੂੰ ਸੱਦੇਗਾ। ਚੰਗਾ ਹੈ ਪ੍ਰਭੂ ਆਵੇ। ਜਿਵੇਂ ਅਸੀਂ ਇਹਨਾਂ ਆਦਮੀਆਂ ਨੂੰ ਕੰਮ ਕਰਦੇ ਵੇਖਣ ਦੇ ਲਈ ਕਾਫੀ ਸਾਲਾਂ ਤੋਂ ਤੱਕ ਰਹੇ ਹਾਂ, ਜਿਵੇਂ ਮਲਾਕੀ 4 ਦੇ ਨਬੀ ਵਿਲੀਅਮ ਮੈਰੀਅਨ ਬ੍ਰੈਨਹਮ ਨੇ ਆਸ ਕੀਤੀ ਸੀ ਕਿ ਉਸ ਦੀ ਸੇਵਕਾਈ ਪਹਿਲੇ ਨਾਲੋਂ ਦੁੱਗਣੀ ਹੋਵੇਗੀ ਅਤੇ ਪਰਮੇਸ਼ੁਰ ਇਹਨਾਂ ਆਦਮੀਆਂ ਨੂੰ ਸਵਰਗ 'ਤੇ ਉਠਾਏ ਜਾਣ ਤੋਂ ਪਹਿਲਾਂ ਪਵਿੱਤਰ ਆਤਮਾ ਦੇ ਵਹਾਏ ਜਾਣ ਤੋਂ ਬਾਅਦ ਜ਼ਰੂਰ ਇਸਤੇਮਾਲ ਕਰੇਗਾ। ਅਜਿਹੇ ਲੋਕਾਂ ਨੂੰ ਟ੍ਰੇਨਿੰਗ ਦੀ ਜ਼ਰੂਰਤ ਹੈ, ਜਿਸ ਤਰ੍ਹਾਂ ਰਸੂਲਾਂ ਨੂੰ ਟ੍ਰੇਨਿੰਗ ਦੀ ਜ਼ਰੂਰਤ ਸੀ। ਪਵਿੱਤਰ ਆਤਮਾ ਹਾਸਲ ਕਰਨ ਤੋਂ ਪਹਿਲਾਂ ਉਹ 3.5 ਸਾਲ ਤੱਕ ਟ੍ਰੇਨਡ ਹੋਏ। ਫਿਰ ਸਾਡੇ ਪ੍ਰਭੂ ਨੇ ਉਹਨਾਂ ਨੂੰ ਹੁਕਮ ਦਿੱਤਾ ਅਤੇ ਉਹ ਉੱਪਰਲੇ ਚੁਬਾਰੇ ਵਿੱਚ ਗਏ ਅਤੇ ਪਵਿੱਤਰ ਆਤਮਾ ਨੂੰ ਹਾਸਲ ਕੀਤਾ ਅਤੇ ਉਹਨਾਂ ਨੂੰ ਪ੍ਰਭੂ ਦੁਆਰਾ 5 ਪੱਖੀ ਸੇਵਕਾਈ ਵਿੱਚ ਸਥਾਨ ਦਿੱਤੇ ਗਏ। ਹੋਵੇ ਕਿ ਸਵਰਗ ਦਾ ਪਰਮੇਸ਼ੁਰ ਸਾਡੇ ਉੱਤੇ ਕਿਰਪਾ ਕਰੇ, ਹੋਵੇ ਕਿ ਪਰਮੇਸ਼ੁਰ ਹੇਠਾਂ ਦੇਖੇ ਅਤੇ ਆਪਣੇ ਪੁੱਤਰਾਂ ਨੂੰ ਲਿਆਵੇ ਜੋ ਗਲਤ ਸਿੱਖਿਆਵਾਂ ਵਿੱਚ ਫਸੇ ਹੋਏ ਹਨ। ਹੋਵੇ ਕਿ ਸਵਰਗੀ ਪਿਤਾ ਕਿਰਪਾ ਕਰੇ ਅਤੇ ਸਾਡੀਆਂ ਅੱਖਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਇਹ ਦੇਖਣ ਦੇਵੇ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇੱਕ ਹੋਰ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਹੋਵੇਗਾ। ਅਸੀਂ ਪਰਮੇਸ਼ੁਰ ਦਾ ਧੰਨਵਾਦ ਅਤੇ ਉਸ ਦੀ ਮਹਿਮਾ ਕਰਦੇ ਹਾਂ।